ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਮੱਖਣ ਸ਼ਾਹ ਨੂੰ ਬਹੁਤ ਸਰੋਪੇ ਦੇ ਕੇ ਵਿਦਾ ਕੀਤਾ ਅਤੇ ਉਸ ਦਾ ਜਨਮ ਮਰਨ ਕੱਟ ਦਿੱਤਾ। ਫਿਰ ਗੁਰੂ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਨਗਰ ਵਸਾਇਆ। ਗੁਰੂ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਸਾਰੀ ਧਰਤੀ ਖਰੀਦ ਲਈ ਅਤੇ ਬਹੁਤ ਕਾਰੀਗਰ ਲਾ ਕੇ ਬਹੁਤ ਘਰਾਂ ਦੀ ਉਸਾਰੀ ਕਰਵਾਈ। ਬਹੁਤ ਦੂਰ ਦੂਰ ਤੋਂ ਲੋਕ ਆ ਕੇ ਵਸ ਗਏ। ਇੱਕ ਵੱਡੀ ਧਰਮਸ਼ਾਲਾ ਬਣਵਾਈ ਜਿਸ ਵਿੱਚ ਸੰਗਤ ਆ ਕੇ ਉਤਾਰਾ ਕਰੇ। ਚਾਰੇ ਪਾਸੇ ਅਨੇਕਾਂ ਦਰਵਾਜ਼ੇ ਰੱਖੇ। ਗਰਮੀ ਵਿੱਚ ਠੰਡੀ ਹਵਾ ਦੀ ਲੋੜ ਸੀ। ਇੱਕ ਦਰਵਾਜ਼ੇ ਵਾਲੇ ਵੀ ਕਈ ਘਰ ਬਣਾਏ। ਇਸ ਪ੍ਰਕਾਰ ਗੁਰੂ ਜੀ ਨੇ ਆਪਣੀ ਨਗਰੀ ਵਸਾਈ। ਸਤਲੁਜ ਦਰਿਆ ਦਾ ਉਸ ਵਕਤ ਵੱਡਾ ਪ੍ਰਵਾਹ ਵਹਿੰਦਾ ਸੀ। ਉਧਰ ਬਹੁਤ ਸੁੰਦਰ ਆਨੰਦ ਹੁੰਦਾ ਵੇਖਿਆ। ਇਸ ਕਰਕੇ ਸ਼ਹਿਰ ਦਾ ਨਾਂ ਹੀ ਆਨੰਦਪੁਰ ਰੱਖ ਦਿੱਤਾ। ਜਿਸ ਦਿਨ ਮਾਲਕ ਜੀ ਨੇ ਇਹ ਨਾਂ ਰੱਖਿਆ, ਉਸ ਦਿਨ ਦੀ ਜਦ ਰਾਤ ਆਈ, ਖਾ ਪੀ ਕੇ ਜਦ ਲੰਮੇ ਪੈ ਗਏ, ਦਸੇ ਪਾਸੇ ਸੰਘਣਾ ਹਨੇਰਾ ਛਾ ਗਿਆ। ਤਦ ਫਿਰ ਇੱਕ ਦੈਂਤ ਨੇ ਆਉਣਾ ਚਾਹਿਆ। ਤਦ ਬਹੁਤ ਬਦਬੋਦਾਰ ਹਵਾ ਚੱਲੀ। ਜਦ ਉਹ ਬਦਬੋ ਗੁਰੂ ਜੀ ਨੂੰ ਆਈ ਤਾਂ ਉਹਨਾਂ ਨੇ ਤੁਰੰਤ ਮੁੱਖ ਤੇ ਕੱਪੜਾ ਲੈ ਲਿਆ। ਜਿਸ ਪਾਸੇ ਦਰਵਾਜ਼ਾ ਸੀ ਤਦ ਉਸ ਪਾਸੇ ਵੇਖਿਆ। ਉਧਰ ਇੱਕ ਵੱਡਾ ਸਰੀਰ ਦਿਖਾਈ ਦਿੱਤਾ ਜਿਸ ਨੂੰ ਵੇਖ ਕੇ ਮਨੁੱਖ ਡਰ ਜਾਵੇ। ਸਿਰ ਦੇ ਉੱਤੇ ਬੜੇ ਤਿੱਖੇ ਸਿੰਗ ਸਨ ਅਤੇ ਸਿਰ ਉੱਤੇ ਬੜੇ ਭਿਆਨਕ ਲਾਲ ਵਾਲ ਧਾਰੇ ਹੋਏ ਸਨ। ਜ਼ਬਾਨ ਨਾਲ ਹੋਠਾਂ ਨੂੰ ਚੱਟ ਰਿਹਾ ਸੀ। ਲਾਲ ਅੱਖਾਂ ਬੜੀਆਂ ਭਿਆਨਕ ਸਨ। ਦਾੜੀ ਦੇ ਵਾਲ ਵੀ ਬੜੇ ਲਾਲ ਸਨ। ਗਲ ਵਿੱਚ ਅਤੇ ਹੱਥ ਵਿੱਚ ਵੱਡੇ ਵੱਡੇ ਹੱਡ ਫੜੇ ਹੋਏ ਸਨ। ਸਰੀਰ ਦੇ ਸਾਰੇ ਅੰਗਾਂ ਦਾ ਰੰਗ ਬਹੁਤ ਕਾਲਾ ਸੀ। ਢਿੱਡ ਬੜਾ ਮੋਟਾ ਅਤੇ ਫੁੱਲਿਆ ਹੋਇਆ ਸੀ ਤੇ ਸਾਰੀਆਂ ਨਾੜੀਆਂ ਵਿਖਾਈ ਦਿੰਦੀਆਂ ਸਨ। ਹੱਥਾਂ ਨਾਲ ਮਨੁੱਖਾਂ ਦੇ ਸਿਰ ਵਜਾਉਂਦਾ ਸੀ ਤੇ ਭਿਆਨਕ ਦ੍ਰਿਸ਼ਟੀ ਨਾਲ ਗੁਰੂ ਜੀ ਨੂੰ ਡਰਾਉਂਦਾ ਸੀ। ਇਸਤਰੀਆਂ ਨੂੰ ਕਹਿੰਦਾ ਸੀ, ਹੁਣ ਮੈਂ ਤੁਹਾਨੂੰ ਖਾਵਾਂਗਾ, ਬਹੁਤ ਲਹੂ ਪੀ ਕੇ ਤ੍ਰਿਪਤ ਹੋਵਾਂਗਾ। ਸਾਡੇ ਵਸਣ ਦੀ ਜਗ੍ਹਾ ਵਿੱਚ ਆਪਣਾ ਨਗਰ ਵਸਾਇਆ ਹੈ। ਹਿਰਦੇ ਵਿੱਚ ਰੱਤੀ ਭਰ ਵੀ ਡਰ ਨਹੀਂ ਮੰਨਿਆ। ਇਸ ਤਰ੍ਹਾਂ ਬੋਲਦਾ ਸੁਣ ਕੇ ਗੁਰੂ ਜੀ ਨੇ ਗੁੱਸੇ ਵਿੱਚ ਆ ਕੇ ਧਨੁੱਖ ਨੂੰ ਫੜ ਕੇ ਆਪਣੇ ਪਾਸ ਧਰਿਆ। ਬੜੇ ਤਿੱਖੇ ਤੀਰ ਨੂੰ ਧਨੁੱਖ ਵਿੱਚ ਜੋੜਿਆ ਤੇ ਬਾਹਾਂ ਦੇ ਜ਼ੋਰ ਨਾਲ ਕਮਾਨ ਨੂੰ ਖਿੱਚਿਆ। ਦੈਂਤ ਨੇ ਮਹਾਨ ਸ਼ਕਤੀ ਦੇ ਪ੍ਰਤਾਪ ਨੂੰ ਸਮਝਿਆ। ਮੈਨੂੰ ਵੇਖ ਕੇ ਇੱਥੇ ਧੀਰਜ ਸਹਿਤ ਖੜੇ ਰਹੇ ਹਨ। ਐਸਾ ਨਾ ਹੋਵੇ ਕਿ ਤੀਰ ਛੱਡ ਦੇਣ, ਕਰਾਮਾਤ ਦੇ ਬਲ ਨਾਲ ਮੇਰਾ ਹਿਰਦਾ ਪਾੜ ਦੇਣ। ਡਰਿਆ ਹੋਇਆ ਫਿਰ ਮਿੰਨਤਾਂ ਕਰਨ ਲੱਗਾ। ਗੁਰੂ ਜੀ ਨੇ ਗੁੱਸੇ ਵਿੱਚ ਆ ਕੇ ਫਿਰ ਬਚਨ ਕੀਤਾ, ਖੜਾ ਹੋ ਜਾ, ਤੈਨੂੰ ਹੁਣ ਜਾਣ ਨਹੀਂ ਦਿਆਂਗੇ। ਇੱਕ ਤੀਰ ਨਾਲ ਹੀ ਤੇਰੇ ਪ੍ਰਾਣ ਕੱਢ ਲਵਾਂਗੇ। ਹੋਰ ਲੋਕਾਂ ਨੂੰ ਡਰਾਉਣ ਗਿੱਝਿਆ ਹੈ। ਇੱਕ ਛਿਨ ਵਿੱਚ ਤੇਰਾ ਸਰੀਰ ਨਾਸ਼ ਕਰ ਦਿਆਂਗੇ। ਫਿਰ ਕਦੀ ਫੇਰਾ ਨਹੀਂ ਪਾਵੇਂਗਾ ਤੇ ਨਾ ਇੱਧਰ ਵੇਖੇਂਗਾ। ਇਸ ਸਮੇਂ ਤੈਨੂੰ ਕੁਟੰਬ ਸਹਿਤ ਮਾਰ ਦਿਆਂਗੇ। ਨਹੀਂ ਤਾਂ ਸਾਨੂੰ ਆਪਣਾ ਬ੍ਰਿਤਾਂਤ ਸੁਣਾ, ਆਪਣਾ ਨਾਂ ਅਤੇ ਥਾਂ ਪ੍ਰਗਟ ਕਰ। ਇਹ ਸੁਣ ਕੇ ਹੱਥ ਜੋੜ ਕੇ ਵੇਖਣ ਲੱਗਾ। ਸਾਹਮਣੇ ਹੋ ਕੇ ਦੈਂਤ ਕਹਿਣ ਲੱਗਾ, ਮਾਖੋ ਮੇਰਾ ਨਾਮ ਹੈ। ਇਸ ਪਿੱਪਲ ਦੇ ਦਰਖਤ ਤੇ ਮੈਂ ਸਦਾ ਰਹਿੰਦਾ ਹਾਂ। ਬੜੀ ਦੇਰ ਦਾ ਮੇਰਾ ਇੱਥੇ ਬਸੇਬਾ ਹੈ। ਆਪਣੇ ਪਰਿਵਾਰ ਸਹਿਤ ਮੈਂ ਸੁਖੀ ਰਹਿੰਦਾ ਹਾਂ। ਤੁਸੀਂ ਇੱਥੇ ਬਸੇਰਾ ਕਰਕੇ ਮੇਰਾ ਘਰ ਖੋਹ ਲਿਆ ਹੈ। ਇੱਥੇ ਵੱਡਾ ਨਗਰ ਵਸਾਉਣਾ ਚਾਹੁੰਦੇ ਹੋ। ਤੁਹਾਡੇ ਪਾਸ ਮੈਥੋਂ ਰਿਹਾ ਨਹੀਂ ਜਾ ਸਕਦਾ। ਬੜਾ ਉੱਚਾ ਉਚਾਰਨ ਕਰਕੇ ਕੀਰਤਨ ਕਰਦੇ ਹੋ। ਸਿੱਖ ਬੜੀ ਉੱਚੀ ਉੱਚੀ ਗੁਰਬਾਣੀ ਪੜ੍ਹਦੇ ਹਨ। ਸਾਡੀ ਵੰਸ਼ ਵਾਸਤੇ ਇਹ ਬਹੁਤ ਦੁੱਖ ਦੇਣ ਵਾਲੀ ਗੱਲ ਹੈ। ਸਾਰੇ ਇਲਾਕੇ ਦੀ ਰੱਖਿਆ ਹੋ ਗਈ ਹੈ। ਜੋ ਅਸੀਂ ਖਾਂਦੇ ਸੀ, ਹੁਣ ਤੁਸੀਂ ਸਾਨੂੰ ਕੁਝ ਵੀ ਨਹੀਂ ਖਾਣ ਦਿਓਗੇ। ਸ਼ਬਦ ਪੜ੍ਹਦੇ ਜਿੱਥੋਂ ਤੱਕ ਸਿੱਖ ਫਿਰਦੇ ਹਨ, ਉਸ ਪਾਸੇ ਅਸੀਂ ਡਰ ਮੰਨ ਕੇ ਨਹੀਂ ਜਾਂਦੇ ਹਾਂ। ਕਿਸੇ ਹੋਰ ਥਾਂ ਜਾ ਕੇ ਨਗਰ ਵਸਾਓ। ਸਾਡਾ ਵਾਸਾ ਇੱਥੇ ਬਚਾਓ। 700 ਸਾਲ ਬੀਤ ਗਿਆ ਹੈ। ਭਲੀ ਪ੍ਰਕਾਰ ਇੱਥੇ ਗੁਜ਼ਰਾਨ ਕੀਤਾ ਹੈ। ਕਹਿਲੂਰ ਦੇ ਪਹਾੜ ਤੇ ਇਸ ਸਾਰੀ ਦੂਨ ਵਿੱਚ ਮੈਂ ਫਿਰਦਾ ਹਾਂ ਤੇ ਆਪਣੀ ਸ਼ਕਤੀ ਨਾਲ ਭੋਜਨ ਛਕਦਾ ਹਾਂ। ਜਦ ਦੇ ਤੁਸੀਂ ਇੱਥੇ ਆਏ ਹੋ, ਮੈਂ ਚਿੰਤਿਤ ਹੋ ਗਿਆ ਹਾਂ। ਭੁੱਖਾ ਰਹਿਣ ਕਰਕੇ ਬਹੁਤ ਦੁੱਖ ਪਾਇਆ ਹੈ। ਇਸ ਕਰਕੇ ਮੈਂ ਤੁਹਾਡੇ ਪਾਸ ਆਇਆ ਹਾਂ।
ਤੁਸੀਂ ਮੈਥੋਂ ਡਰੇ ਨਹੀਂ ਹੋ, ਧੀਰਜ ਧਾਰ ਕੇ ਬੈਠੇ ਰਹੇ ਹੋ। ਵੇਖ ਕੇ ਤੀਰ ਮਾਰਦੇ, ਇਹ ਮੈਂ ਮਨ ਵਿੱਚ ਜਾਣਿਆ ਹੈ, ਤੁਸੀਂ ਗੁਰੂ ਜੀ ਕਰਾਮਾਤ ਸਹਿਤ ਹੋ। ਤੁਸੀਂ ਜੇ ਇਸ ਤਰ੍ਹਾਂ ਦੇ ਨਾ ਹੁੰਦੇ ਤਾਂ ਮੈਂ ਤੁਹਾਨੂੰ ਮਾਰ ਦਿੰਦਾ ਤੇ ਨਗਰ ਦੇ ਮਨੁੱਖਾਂ ਨੂੰ ਉਜਾੜ ਦਿੰਦਾ। ਅਤ ਸਮਰੱਥਾ ਸਹਿਤ ਜਦ ਮੈਂ ਪਛਾਣੇ ਹਨ ਤਾਂ ਸਾਰੀਆਂ ਗਿਣਤੀਆਂ ਛੱਡ ਕੇ ਬੇਨਤੀ ਕੀਤੀ ਹੈ। ਇਸ ਤਰ੍ਹਾਂ ਕਹਿ ਕੇ ਖੜਾ ਰਿਹਾ ਤੇ ਸਰੀਰ ਕੰਬਦਾ ਸੀ, ਜਿਹੜਾ ਸੂਰਮੇ ਦੇ ਪਹਾੜ ਵਾਂਗ ਕਾਲਾ ਸੀ, ਮਾਨੋ ਕਾਲਾ ਬੱਦਲ ਹੋਵੇ। ਦੰਦ ਕੱਢਦਾ ਸੀ, ਜਿਹੜੇ ਬਗਲੇ ਵਾਂਗ ਚਿੱਟੇ ਦਿਸਦੇ ਸਨ। ਇਹ ਸੁਣ ਕੇ ਸਤਿਗੁਰੂ ਤੇਗ ਬਹਾਦਰ ਜੀ ਨੇ ਬੜੇ ਸਖਤ ਸ਼ਬਦ ਬੋਲ ਕੇ ਉਸ ਦਾ ਅਨਾਦਰ ਕੀਤਾ। ਹੁਣ ਇੱਥੋਂ ਚਲੇ ਜਾ ਤੇ ਇੱਥੇ ਨਾ ਰਹਿ, ਆਪਣੀ ਇੱਛਾ ਅਨੁਸਾਰ ਕਿਸੇ ਹੋਰ ਥਾਂ ਜਾ ਕੇ ਰਹਿ। ਇਸ ਥਾਂ ਗੁਰੂ ਵੰਸ਼ ਅਚਲ ਵਸੇਗੀ, ਅਨੇਕਾਂ ਵਿਘਨ ਪੈਣਗੇ ਜਿਹੜੇ ਤੁਰੰਤ ਦੂਰ ਹੋ ਜਾਣਗੇ। ਸਾਡਾ ਰਾਜ ਪ੍ਰਤਾਪ ਹੋਵੇਗਾ, ਇੱਥੇ ਇੰਨੀ ਸੰਗਤ ਆਵੇਗੀ ਕਿ ਕੋਈ ਅੰਤ ਨਹੀਂ ਰਹੇਗਾ। ਤੇਰੇ ਵਰਗਿਆਂ ਦੀ ਇੱਥੇ ਰਹਿائش ਕਿਵੇਂ ਹੋਵੇਗੀ? ਹੁਣ ਮੇਰੀ ਆਗਿਆ ਮੰਨ ਕੇ ਚਲੇ ਜਾਓ। ਮਲੇਸ਼ੀਆ ਦੇ ਹੋਰ ਬਹੁਤ ਦੇਸ਼ ਹਨ, ਉੱਥੇ ਵਸੇਬਾ ਕਰਕੇ ਆਪਣਾ ਗੁਜ਼ਾਰਾ ਕਰੋ। ਇੱਥੇ ਬਹੁਤ ਜੰਗਾਂ ਹੋਣੀਆਂ ਹਨ ਤੇ ਕਈ ਪੌੜੇ ਪੈਣੇ ਹਨ। ਫੌਜਾਂ ਆਪਸ ਵਿੱਚ ਭਿੜਨਗੀਆਂ ਤੇ ਕਈ ਜੰਗੀ ਅਖਾੜੇ ਲੱਗਣਗੇ। ਇਸ ਸਮੇਂ ਤੇਰਾ ਜਾਣਾ ਹੀ ਬਣਦਾ ਹੈ, ਨਹੀਂ ਤਾਂ ਬਹੁਤ ਵੱਡਾ ਸੰਕਟ ਪ੍ਰਾਪਤ ਕਰੇਗਾ। ਇਹ ਸੁਣ ਕੇ ਫਿਰ ਮਾਖੋ ਦੈਂਤ ਨੇ ਹੱਥ ਜੋੜੇ, ਹੇ ਮਾਲਕ ਗੁਰੂ ਜੀ, ਕੁਝ ਕਿਰਪਾ ਕਰੋ। ਮੇਰਾ ਨਾਂ ਕਹਿਣ ਅਤੇ ਸੁਣਨ ਸਾਰੇ ਜਗਤ ਵਿੱਚ ਮਸ਼ਹੂਰ ਹੋਵੇ। ਮੇਰੇ ਮਨ ਵਿੱਚ ਇਹ ਚਾਹ ਹੈ, ਨਗਰ ਵਿੱਚ ਜਿਵੇਂ ਮੇਰਾ ਨਾਂ ਹੋਵੇ, ਹੇ ਸੁੱਖਾਂ ਦੇ ਘਰ, ਉਸ ਤਰ੍ਹਾਂ ਉਚਿਤ ਕਰ ਦਿਓ। ਇਸ ਤਰ੍ਹਾਂ ਕਹਿ ਕੇ ਮਹਾਨ ਬੇਨਤੀ ਕੀਤੀ। ਇਹ ਸੁਣ ਕੇ ਸਤਿਗੁਰੂ ਜੀ ਨੇ ਕਿਰਪਾ ਧਾਰਨ ਕੀਤੀ। ਉਹਨਾਂ ਨੇ ਫਰਮਾਇਆ, ਰਾਜ ਸਹਿਤ ਸਾਰੇ ਪਹਾੜੀ ਮਨੁੱਖ ਅਤੇ ਦੇਸ਼ ਅੰਦਰ ਜਿਹੜੇ ਹੋਰ ਹਿੰਦੂ ਰਹਿੰਦੇ ਹਨ, ਜਿਹੜੇ ਸਾਡੇ ਸਿੱਖ ਸੇਵਕ ਨਹੀਂ ਹਨ, ਭਾਵ ਜਿਹੜੇ ਹੋਰ ਪੰਥ ਵਿੱਚ ਚੱਲਣ ਵਾਲੇ ਹਨ, ਉਹ ਇਸ ਥਾਂ ਨੂੰ ਤੇਰੇ ਨਾਂ ਉੱਤੇ ਹੀ ਕਹਿਣਗੇ। ਮਾਖੋਵਾਲ ਆਨੰਦਪੁਰ ਜਾਣਿਆ ਜਾਵੇਗਾ। ਇਸ ਤਰ੍ਹਾਂ ਇਸ ਨਗਰ ਦੀ ਸੰਗਿਆ ਹੋਵੇਗੀ। ਇਸਤਰੀ ਪੁਰਸ਼ ਸਾਰੇ ਹੀ ਕਹਿਣਗੇ। ਜਗਤ ਵਿੱਚ ਤੇਰਾ ਨਾਂ ਪ੍ਰਸਿੱਧ ਹੋਵੇਗਾ। ਇੱਥੇ ਇੱਕ ਸੁੰਦਰ ਨਗਰ ਵਸੇਗਾ। ਜਿਵੇਂ ਗੁਰੂ ਜੀ ਨੇ ਕਿਹਾ ਸੀ, ਉਹਨਾਂ ਬਚਨਾਂ ਨੂੰ ਸੁਣ ਕੇ ਮਾਖੋ ਦੈਂਤ ਬੜਾ ਪ੍ਰਸੰਨ ਹੋਇਆ। ਫਿਰ ਗੁੱਸਾ ਨਹੀਂ ਕੀਤਾ। ਫਿਰ ਪੁੱਛਣ ਲੱਗਾ, ਹੁਣ ਕਿਹੜੇ ਦੇਸ਼ ਜਾਵਾਂ ਜਿੱਥੇ ਆਪਣਾ ਘਰ ਵਸਾ ਕੇ ਰਹਾਂ? ਆਪ ਜੀ ਉਹ ਸਥਾਨ ਮੈਨੂੰ ਦੱਸੋ, ਫਿਰ ਚਰਨ ਕਮਲਾਂ ਤੇ ਬੰਦਨਾ ਕਰਕੇ ਉਸ ਸਥਾਨ ਤੇ ਚਲਾ ਜਾਵਾਂਗਾ। ਫਿਰ ਸਤਿਗੁਰੂ ਜੀ ਨੇ ਉਸ ਦੇ ਹਿੱਤ ਵਾਸਤੇ ਵਿਚਾਰ ਕੀਤੀ, ਸਾਰੇ ਭਵਿੱਖ ਨੂੰ ਵੇਖਿਆ ਜੋ ਅੱਗੇ ਸਭ ਕੁਝ ਹੋਣਾ ਸੀ, ਤੇ ਮਾਖੋ ਪਾਸ ਫਿਰ ਬਚਨ ਕੀਤਾ, ਜੇ ਲੰਮੇ ਸਮੇਂ ਤੱਕ ਵਸਣਾ ਚਾਹੁੰਦਾ ਹੈ, ਜੇ ਚਿੰਤਾ ਰਹਿਤ ਹੋ ਕੇ ਆਪਣੇ ਕੁਟੁੰਬ ਸਹਿਤ ਰਹਿਣਾ ਚਾਹੁੰਦਾ ਹੈ, ਭਾਰੀ ਜੀਵਕਾ ਦਾ ਆਸਰਾ ਧਾਰ ਕੇ ਰਹਿਣਾ ਚਾਹੁੰਦਾ ਹੈ, ਤਾਂ ਸਰਹੰਦ ਦੀ ਨਗਰੀ ਵਿੱਚ ਜਾ ਕੇ ਵਸੋ। ਉਹ ਤੁਰਕਾਂ ਦਾ 52 ਪਿੰਡਾਂ ਵਾਲਾ ਦੇਸ਼ ਹੈ। ਉੱਥੇ ਜਾ ਕੇ ਸੁੱਖ ਦੇ ਨਾਲ ਵਸੋ। ਬਹੁਤ ਪਿੰਡਾਂ ਵਿੱਚ ਜਾ ਕੇ ਆਪਣਾ ਜੀਵਨ ਨਿਰਵਾਹ ਕਰੋ। ਸੁੱਕੇ ਹਰੇ ਜਿਹੜੇ ਖੇਤ ਹਨ, ਸਾਰਿਆਂ ਨੂੰ ਖਾ ਲਵੋ। ਚੰਗੇ ਦੇਸ਼ ਵਿੱਚ ਗੁਜ਼ਾਰਾ ਕਰੋ। ਸੁਣੋ, ਇਹ ਤੁਹਾਡੇ ਹਿੱਤ ਵਾਸਤੇ ਕਿਹਾ ਹੈ। ਪਹਿਲਾਂ ਤੇਰਾ ਉੱਥੇ ਹੀ ਵਾਸਾ ਸੀ। ਕਾਫੀ ਸਮਾਂ ਤੂੰ ਉੱਥੇ ਹੀ ਬਤੀਤ ਕੀਤਾ ਸੀ। ਉੱਥੇ ਤੁਹਾਡੀ ਜਾਤ ਦੇ ਬਹੁਤ ਦੈਂਤ ਆਉਂਦੇ ਹਨ, ਜਿਹੜੇ ਬਠਿੰਡੇ ਦੇ ਵਿੱਚ ਰਹਿੰਦੇ ਹਨ। ਜਿਸ ਦੀ ਇੱਕ ਅੱਖ ਹੈ, ਉਹ ਬਹੁਤ ਬਲਵਾਨ ਹੈ। ਉਹ 100 ਸਾਲ ਤੋਂ ਉੱਥੇ ਰਹਿ ਰਿਹਾ ਹੈ। ਉਸ ਨੂੰ ਕਿਲੇ ਵਿੱਚੋਂ ਕੱਢ ਦਿਆਂਗੇ ਤੇ ਤੇਰੇ ਪਾਸ ਭੇਜ ਦਿਆਂਗੇ। ਉਹ ਆਪਣੇ ਵੱਡੇ ਪਰਿਵਾਰ ਨੂੰ ਲੈ ਕੇ ਆਵੇਗਾ ਤੇ ਸਰਹੰਦ ਵਿੱਚ ਵਸ ਕੇ ਸੁੱਖ ਪਾਏਗਾ। ਉਸ ਦੇ ਨਾਲ ਮਿਲ ਕੇ ਰਹੋ, ਸਾਰਿਆਂ ਦੇ ਨਾਲ ਵਸੋ ਤੇ ਸੁੱਖ ਪਾਓ। ਇਸ ਤਰ੍ਹਾਂ ਕਿਰਪਾਲੂ ਗੁਰੂ ਜੀ ਨੇ ਜਦ ਸਥਾਨ ਬਾਰੇ ਦੱਸਿਆ ਤਾਂ ਬੰਦਨਾ ਕਰਕੇ ਹਿਰਦੇ ਵਿੱਚ ਬਹੁਤ ਪ੍ਰਸੰਨ ਹੋਇਆ। ਆਪਣੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਤੇ ਗੁਰੂ ਜੀ ਦੀ ਆਗਿਆ ਸਿਰ ਮੱਥੇ ਪ੍ਰਵਾਨ ਕਰਕੇ ਸਰਹੰਦ ਵਿੱਚ ਪਹੁੰਚ ਗਿਆ। ਵੱਡੇ ਬ੍ਰਿਛਾਂ ਨਾਲ ਬਹੁਤ ਪਿਆਰ ਹੋਣ ਕਰਕੇ ਉੱਥੇ ਚਲੇ ਗਿਆ, ਜਿੱਥੇ ਬਹੁਤ ਬਾਗ ਸਨ। ਉੱਥੇ ਭਲੀ ਪ੍ਰਕਾਰ ਵਸ ਗਿਆ ਤੇ ਆਪਣੀ ਜੀਵਕਾ ਤੋਰਦਾ ਸੀ। ਖੇਤਾਂ ਦੀ ਸ਼ਹਿ ਸਭ ਕਿਸੇ ਦੀ ਲੈ ਜਾਂਦਾ ਸੀ। ਲੋਕ ਜਦ ਫਸਲ ਵੱਢ ਕੇ ਇਕੱਠੀ ਕਰਕੇ ਗਾਹ ਬਣਾਉਂਦੇ ਸਨ, ਆ ਕੇ ਘਰ ਵਿੱਚ ਧਰਦੇ ਸਨ ਤੇ ਪੀ ਕੇ ਪਕਾਉਂਦੇ ਸਨ। ਸਤਿਗੁਰੂ ਹਰੀ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਸਨ, ਪਰ ਸਾਰੇ ਘਰ ਦੀ ਕਿਰਤ ਕਰਦੇ ਸਨ। ਉਹਨਾਂ ਦੇ ਘਰਾਂ ਦੇ ਬਾਹਰ ਜਾਂ ਘਰ ਵਿੱਚ ਪਈਆਂ ਅਨਾਜ ਦੀਆਂ ਚੀਜ਼ਾਂ ਕੱਢ ਕੇ ਲੈ ਜਾਂਦਾ ਸੀ। ਕਿਸੇ ਪਾਸੋਂ ਚੌਥਾ ਹਿੱਸਾ, ਕਿਸੇ ਪਾਸੋਂ ਤੀਜਾ ਹਿੱਸਾ ਤੇ ਕਿਸੇ ਪਾਸੋਂ
ਅੱਧਾ ਹਿੱਸਾ ਲੈ ਕੇ ਖਾ ਜਾਂਦਾ ਸੀ। ਜਿਹੜੇ ਹਰੀ ਗੁਰੂ ਦੇ ਨਾਮ ਦਾ ਸਿਮਰਨ ਕਰਦੇ ਸਨ ਉਹਨਾਂ ਦੇ ਘਰਾਂ ਵਿੱਚ ਨਹੀਂ ਸੀ ਜਾਂਦਾ। ਇਸ ਤਰ੍ਹਾਂ ਮਾਖੋ ਨੂੰ ਜਦ ਗੁਰੂ ਜੀ ਨੇ ਕੱਢ ਦਿੱਤਾ ਤੇ ਫਿਰ ਆਰਾਮ ਨਾਲ ਸੌਂ ਗਏ। ਤੇ ਫਿਰ ਸਵੇਰ ਹੋ ਗਈ। ਫਿਰ ਗੁਰੂ ਜੀ ਨੇ ਉੱਠ ਕੇ ਸ਼ੌਚ ਇਸ਼ਨਾਨ ਕੀਤਾ ਤੇ ਪਹਿਲਾਂ ਵਾਂਗ ਹੀ ਨਗਰ ਦੀ ਕਾਰ ਕਰਵਾਉਣ ਲੱਗ ਪਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।